ਆਪਾਂ ਫਰਦਰ ਲੈ ਕੇ ਚੱਲੀਏ ਇਹਨੂੰ। ਉਹ ਕਹਿੰਦਾ ਜੀ ਹੁਣ ਜੇ ਇੱਥੇ ਐਂਗਲ ਪਾਈ ਆ, ਮੈਂ ਇਹ ਚੀਜ਼ ਦੱਸਦਾ ਪਿਆ ਸੀ ਥੀਟਾ ਕਿਉਂ ਨਹੀਂ ਰੱਖਿਆ, ਉਹਦਾ ਕਾਰਨ ਇਹ ਹੋ ਗਿਆ ਕਿ ਥੀਟਾ ਇਜ਼ ਦਾ ਐਂਗਲ ਬਿਟਵੀਨ ਆਈਡੀਅਲ ਐਂਡ ਆਰ। थीटा एंगल ਜਿਹੜਾ ਵਾ ਉਹ ਇਸ ਆਈਡੀਅਲ ਵੈਕਟਰ ਤੇ ਆਰ ਵੈਕਟਰ ਦੇ ਇਨ ਬਿਟਵੀਨ ਗਿਣਿਆ ਜਾ ਰਿਹਾ ਜਿਹੜਾ ਕਿ 90 ਆ, ਤੇ ਜਿਹੜਾ ਫਾਈ ਐਂਗਲ ਆ ਉਹ ਆਰ ਤੇ ਐਕਸ ਦੇ ਵਿੱਚ ਕੰਸੀਡਰ ਕਰ ਰਹੇ ਹਾਂ, ਇਸ ਲਈ ਇੱਥੇ ਐਂਗਲ ਦਾ ਵੇਰੀਏਬਲ ਆਪਾਂ ਚੇਂਜ ਕਰ ਲਿਆ। ਹੁਣ ਇਸ ਤੋਂ ਅੱਗੇ ਜੇ ਮਤਲਬ ਡੀਬੀ ਨੂੰ ਮੈਂ ਰਿਜ਼ੋਲਵ ਕਰਨਾ ਹੋਵੇ ਤਾਂ ਅਸੀਂ ਡਿਫਾਈਨ ਕਰਾਂਗੇ ਕਿ ਜੇ ਇੱਥੇ ਫਾਈ ਐਂਗਲ ਆ ਤੇ ਇੱਥੇ ਵੀ ਮੇਰੇ ਕੋਲ ਫਾਈ ਐਂਗਲ ਹੀ ਬਣਨਾ, ਆ ਫਾਈ ਆ ਤੇ ਆ ਵੀ ਫਾਈ ਬਣਨਾ। ਇੱਕ ਵਾਰੀ ਐਕਸਪਲੇਨ ਕਰ ਰਹੇ ਹਾਂ ਕਿਹੜੇ ਬਿਨਾ, ਉਹ ਸਮਝ ਲਿਓ। ਆਪਾਂ ਆ ਕਿਹਾ ਜੀ ਕਿ ਵੀ ਆ ਲਾਈਨ ਐਕਸ ਐਕਸਿਸ ਵਾਲੀ ਤੇ ਆ ਲਾਈਨ y ਐਕਸਿਸ ਵਾਲੀ ਇੱਕ ਦੂਜੇ ਦੇ ਪਰਪੈਂਡੀਕੂਲਰ ਆ, ਤੇ ਜੇ ਆ ਦੋ ਲਾਈਨਾਂ ਪਰਪੈਂਡੀਕੂਲਰ ਆ ਉਹਦੇ ਵਿੱਚੋਂ ਇੰਨਾ ਐਂਗਲ ਮੇਰਾ φ ਹੋਇਆ ਤੇ ਆ ਐਂਗਲ ਮੇਰਾ 90 φ ਆਏਗਾ। ਕਿੰਨੇ ਐਂਗਲ ਕਲੀਅਰ ਆ? ਹਾਂਜੀ ਸਰ। यस Yes, ਜੇ ਆ ਐਂਗਲ ਮੇਰਾ φ ਆਇਆ ਤੇ ਆ ਐਂਗਲ 90 φ, ਕਿਉਂਕਿ ਆ x ਐਕਸਿਸ ਵਾਲੀ ਲਾਈਨ ਤੇ ਆ y ਐਕਸਿਸ ਵਾਲੀ ਲਾਈਨ ਇਹ ਇੱਕ ਦੂਜੇ ਦੇ ਪਰਪੈਂਡੀਕੂਲਰ 90 ਬਣਾਉਂਦੇ, ਤੇ 90 ਚੋਂ ਜੇ ਆ φ ਨਿਕਲ ਗਿਆ ਤੇ ਇੰਨਾ ਐਂਗਲ 90 φ ਬਣ ਜੂ। ਯੈਸ ਸਰ। यस ਕਰਾ ਕੰਟੀਨਿਊ, ਇੰਨਾ ਕਲੀਅਰ ਆ? यस ਯੈਸ ਸਰ। ਉਸ ਤੋਂ ਬਾਅਦ ਜੇ ਹੁਣ ਅਸੀਂ r ਵਾਲੀ ਲਾਈਨ ਲਈਏ, ਇਧਰੋਂ ਆ r ਵਾਲੀ ਲਾਈਨ ਲਈਏ ਤੇ ਇਧਰੋਂ db ਵਾਲੀ ਲਾਈਨ, ਇਹ ਦੋਨੋਂ ਇੱਕ ਦੂਜੇ ਦੇ ਪਰਪੈਂਡੀਕੂਲਰ, ਤੇ ਜੇ r ਵਾਲੀ ਲਾਈਨ ਤੇ db ਵਾਲੀ ਲਾਈਨ ਪਰਪੈਂਡੀਕੂਲਰ ਹੈ ਤੇ ਆ ਐਂਗਲ r ਦਾ ਤੇ y ਐਕਸਿਸ ਦਾ 90 φ ਹੋਇਆ, ਤੇ ਅੱਗੇ ਆ ਐਂਗਲ φ ਹੋਏਗਾ ਤੇ ਫਿਰ ਆ ਪੂਰੇ ਦਾ ਪੂਰਾ ਇੰਨਾ ਐਂਗਲ, ਆ ਪੂਰੇ ਦਾ ਪੂਰਾ ਇੰਨਾ ਐਂਗਲ ਇਹ ਮੇਰਾ 90 ਬਣ ਜੂ। yes, sir. Yes, sir. ਯੈਸ ਸਰ। यस ਆ ਇੰਨਾ ਐਂਗਲ ਜਿਹਨੂੰ ਮੈਂ ਡਾਟਡ ਬਣਾਇਆ ਵਾ, ਜੇ ਇੰਨਾ ਐਂਗਲ ਮੇਰਾ 90 ਆ ਤੇ 90 ਵਿੱਚੋਂ ਆ ਪੋਰਸ਼ਨ ਤਾਂ ਮੇਰਾ 90 φ ਬਣਿਆ, ਤੇ ਜੇ ਆ 90 φ ਹੋਇਆ ਤੇ ਆ ਇੰਨਾ ਪੋਰਸ਼ਨ ਬਾਕੀ ਦਾ φ ਆ ਜੂ। ਯੈਸ ਸਰ। Yes, sir. ਸਿਮਿਲਰਲੀ ਇਦਾਂ ਹੀ ਇਸ ਸਾਈਡ ਤੇ ਵੀ ਸੇਮ ਐਂਗਲ ਆ। ਹੁਣ ਇਸ φ ਐਂਗਲ ਦੇ ਬਿਹਾਫ ਦੇ ਉੱਤੇ ਤੁਸੀਂ db ਤੇ db' ਨੂੰ ਸਪਲਿਟ ਕਰ ਦਿਓ। ਜਦੋਂ ਸਪਲਿਟ ਕਰਾਂਗੇ ਇਹਦਾ ਇਸ ਸਾਈਡ ਨੂੰ ਕੰਪੋਨੈਂਟ ਜਿਹੜਾ ਹੋਏਗਾ ਇਹ ਆ ਗਿਆ db cos φ ਐਂਗਲ ਵਾਲੇ ਪਾਸੇ, ਔਰ ਇਸ ਸਾਈਡ ਨੂੰ ਇਹਦਾ ਕੰਪੋਨੈਂਟ ਆ ਗਿਆ db sin φ। ਸਿਮਿਲਰਲੀ db' ਦੇ ਕੰਪੋਨੈਂਟ ਬਣਾ ਦਿਓ, ਇਸ ਸਾਈਡ ਨੂੰ ਕੰਪੋਨੈਂਟ ਉਹਦਾ ਬਣ ਗਿਆ, ਇਸ ਸਾਈਡ ਨੂੰ ਦਾ ਕੰਪੋਨੈਂਟ ਬਣ ਗਿਆ db' cos φ एंगल वाले पासे नु, और इस साइड में दा कंपोनेंट आ गया db' sin φ। रेजोल्यूशन कंप्लीट है क्या? रेजोल्यूशन क्लियर है? यस सर यस सर। Yes, sir. फिगर अपनी ऑलमोस्ट खत्म है, फिगर वाला पोर्शन हुन कुछ नहीं रह गया, हुन सिर्फ मैथमेटिकली ਆਪਾਂ कंटिन्यू कर रहे हैं। जे फिगर वाले पोर्शन किते किसी ਦਾ कोई डाउट है, कोई चीज नहीं हजे क्लियर, तो एक बार जरूर पूछ लो पहले, उस तो बाद ਆਪਾਂ कंटिन्यू करेंगे। क्लियर है फिगर वाला पोर्शन सारे नु? Yes, sir. यस सर ਹੁਣ ਇਹ ਤੋਂ ਸ਼ੁਰੂ ਕਰਦੇ ਪਏ। ਨਾਓ ਜੇ ਇਹਦਾ ਮੈਗਨੈਟਿਕ ਫੀਲਡ ਇੰਟੈਂਸਿਟੀ ਆ P ਪੁਆਇੰਟ ਤੇ ਆਪਾਂ ਕੈਲਕੂਲੇਟ ਕਰਨੀ ਆ, ਜਿਹੜਾ ਕਿ ਮੇਰਾ ਪੁਆਇੰਟ ਆਫ ਆਬਜ਼ਰਵੇਸ਼ਨ ਆ, ਠੀਕ ਹੈ। ਉਹਦੇ ਲਈ ਆਪਾਂ ਇੱਥੇ ਕੀ ਡਿਫਾਈਨ ਕਰ ਰਹੇ? ਅਕੋਰਡਿੰਗ ਟੂ ਬਾਇਟ-ਸੇਵਰਟ ਲਾਅ ਆ ਸਮਾਲ ਐਲੀਮੈਂਟ ਦਾ ਮੈਗਨੈਟਿਕ ਫੀਲਡ ਡਿਫਾਈਨ ਕਰ ਦੋ, dv = μ0/4 ਪਾਈ आइडियल sin 90/r²। ਇਹਨੂੰ ਫਸਟ ਸਟੈਪ ਦੇ ਅੰਦਰ ਹੀ ਅਸੰਪਸ਼ਨ ਨੂੰ ਅਪਲਾਈ ਕਰ ਦੋ, ਨਾਲ ਬਹੁਤੀ ਕਰੇ ਤੇ ਕੰਡੀਸ਼ਨ ਦੇ ਦਾਂਗੇ ਬਿਕੋਜ਼ a ਇਜ਼ ਵੈਰੀ ਸਮਾਲ, ਠੀਕ ਹੈ ਜੀ। ਹੁਣ ਆ ਮੇਰੇ ਕੋਲ ਫਿਰ ਮੈਗਨੈਟਿਕ ਫੀਲਡ ਦੀ ਵੈਲਿਊ ਸਮਾਲ ਐਲੀਮੈਂਟ ਕਰਕੇ, ਠੀਕ ਹੈ, ਆਪਣੇ ਕੋਲ ਆ ਜਾਏਗੀ μ0/4 ਪਾਈ आइडियल/r², ठीक है। ये जो स्मॉल एलिमेंट AB ਦਾ ਮੈਗਨੈਟਿਕ ਫੀਲਡ ਆਇਆ, ਸਿਮਿਲਰਲੀ CD ਐਲੀਮੈਂਟ ਜਿਹੜਾ ਕਿ ਸੇਮ ਲੈਂਥ ਦਾ ਵਾ, ਜਿੱਚੋਂ ਸੇਮ ਕਰੰਟ ਫਲੋ ਕਰਦਾ ਪਿਆ, ਤੇ ਪੁਆਇੰਟ ਆਫ ਆਬਜ਼ਰਵੇਸ਼ਨ ਵੀ ਸੇਮ ਡਿਸਟੈਂਸ ਤੇ ਆ, ਇਸ ਲਈ ਇਹਦਾ CD ਪੋਰਸ਼ਨ ਦਾ ਇੱਥੇ ਜਿਹੜਾ ਮੈਗਨੈਟਿਕ ਫੀਲਡ db' ਆ ਉਹ ਵੀ ਸੇਮ ਹੋਏਗਾ। ਇਹੀ ਚੀਜ਼ ਨੂੰ ਆਪਾਂ ਇੱਥੇ ਡਿਫਾਈਨ ਕਰ ਰਹੇ ਹਾਂ। ਆਪਾਂ ਜੇ ਇੱਥੇ ਡਿਫਾਈਨ ਕਰੀਏ if we take small element, if we take small element CD of a length dl same as that of element AB, ठीक है। तो then
db dash ਦੀ ਵੈਲਿਊ ਡਿਟੋ ਵਿੱਚ ਆਹੀ ਫੇਰ ਲਿਖ ਲਾਂਗੇ db dash equal to mu naught by 4 pi ideal by r square। ठीक है जी, आ मेरे को db ਤੇ db dash ਦੀ ਵੈਲਿਊ ਆ ਗਈ। क्या इतना पोर्शन क्लियर आ? Yes, sir. Yes, sir. चल Yes. इसे तो कंटिन्यू कर रहे हैं कि जे db ਤੇ db dash ਦੀ ਵੈਲਿਊ ਆ ਗਈ ਤੇ ਹੁਣ ਆਪਣੇ ਕੋਲ ਫਿਗਰ ਦੇ ਅਕੋਰਡਿੰਗਲੀ ਆਪਾਂ ਨੂੰ ਇਹ ਮਿਲਿਆ ਵਾ ਕਿ ਜੇ ਰਿਜ਼ੋਲਵ ਕਰੀਏ db ਤੇ db dash ਨੂੰ, ਹੈ ਨਾ, ਆਪਣੇ ਕੋਲ ਆ ਜਾਏਗਾ ਔਨ ਰਿਜ਼ੋਲਵਿੰਗ db and db dash। ठीक है, ਤੇ v फाइन ਜੇ ਆਪਣੇ ਕੋਲ db ਤੇ db dash ਸੇਮ ਸੀਗਾ ਤੇ ਉਹਦੇ db cos phi ਵਾਲੇ ਜਿਹੜੇ ਕੰਪੋਨੈਂਟ ਆ ਆਪਸ ਵਿੱਚ ਇਕੁਅਲ ਵੀ ਆਨੇ ਤੇ ਆਪੋਜ਼ਿਟ ਵੀ ਆ, ਇਸ ਲਈ cos ਵਾਲੇ ਕੰਪੋਨੈਂਟ ਕੈਨਸਲ। ਤੇ ਜੇ ਸਰਕੂਲਰ ਰਿੰਗ ਵਾਲਾ ਟੌਪਿਕ ਯਾਦ ਹੋਵੇ ਉਹ ਚ ਸਾਈਨ ਕੰਪੋਨੈਂਟ ਜਿਹੜੇ ਕੈਨਸਲ ਹੁੰਦੇ ਸੀ, cos ਐਡ ਹੁੰਦੇ ਆ। ਇਹਦੇ ਵਿੱਚ ਫਿਗਰ ਚ ਚੇਂਜ ਆਣ ਕਰਕੇ ਇਹਦੇ cos ਕੰਪੋਨੈਂਟ ਕੈਨਸਲ ਹੋਣੇ ਤੇ ਸਾਈਨ ਐਡ ਹੋਣੇ ਆ। ਕਿਆ ਇੰਨੀ ਗੱਲ ਸਮਝ ਲੱਗ ਰਹੀ? Yes, sir. Yes, sir. Yes, sir. तो कंडीशन आ जाएगी on resolving db and db dash we find their cosine components, cancel, their cosine component cancel each other। और ਜਿਹੜੇ ਕੰਪੋਨੈਂਟ ਆਪਣੇ ਕੋਲ ਬਚੇ ਆ, ਹੈ ਨਾ, ਇੱਕ ਡਾਇਆਮੀਟਰ ਦੇ ਅਲੋਂਗ ਚੱਲੀਏ ਤੇ ਆਪਣੇ ਸਾਈਨ ਵਾਲੇ ਦੋ ਕੰਪੋਨੈਂਟ ਬਚ ਗਏ। ਤੇ ਇਸ ਫਿਗਰ ਦੇ ਅੰਦਰ ਜੇ ਚੱਲੀਏ ਤਾਂ ਸਾਡੇ ਕੋਲ ਸਰਕੂਲਰ ਰਿੰਗ ਦੇ ਮਲਟੀਪਲ ਡਾਇਆਮੀਟਰਸ ਹੈਗੇ ਆ। ਇਸ ਲਈ ਸਾਰੇ ਡਾਇਆਮੀਟਰਸ ਦੇ ਵਿੱਚੋਂ ਜਨਰਲਾਈਜ਼ ਕਰੀਏ ਤਾਂ ਇਹਨੇ ਸਾਈਨ ਕੰਪੋਨੈਂਟਸ ਉਹਨਾਂ ਦੇ ਐਡ ਹੁੰਦੇ ਜਾਊਗੇ ਤੇ ਕੋਸਾਈਨ ਕੰਪੋਨੈਂਟ ਉਹਨਾਂ ਦੇ ਕੈਨਸਲ ਹੋਈ ਆ। ਸੋ ਉਹਦੇ ਵਿੱਚ ਆਪਾਂ ਲਿਖ ਰਹੇ ਸੋ ਵੀ ਫਾਈਂਡ ਦ ਕੋਸਾਈਨ ਕੰਪੋਨੈਂਟ ਕੈਨਸਲ ਈਚ ਅਦਰ, therefore resultant magnetic field intensity, therefore resultant magnetic field at p, ठीक है, is given by ਜਿਹੜਾ ਰਿਜ਼ਲਟੈਂਟ ਮੈਗਨੈਟਿਕ ਫੀਲਡ ਹੋਏਗਾ ਮੇਰੇ ਕੋਲ ਉਹ ਐਸਾ ਸਿਰਫ ਸਾਈਨ ਕੰਪੋਨੈਂਟ ਤੋਂ ਆਇਆ, ਯਾਨੀ b ਇਕੁਅਲ ਟੂ, ਔਰ ਇੱਕ ਹੋਰ ਚੀਜ਼ ਧਿਆਨ ਨਾਲ ਸਮਝ ਲਿਓ, b ਇਕੁਅਲ ਟੂ ਸਮ ਇੰਟੀਗ੍ਰੇਸ਼ਨ ਆਫ db sin phi। ਹੁਣ ਜੇ ਜਸਕੀਰਤ Yes, sir. ਆ ਕੀ ਹੋਇਆ, ਬਾਕੀ ਸਾਰੇ ਹੀ ਉੜ ਗਏ। सर नहीं, वो एक्चुअली अचानक ही मीटिंग बंद हो गई थी। मुझे पहले लगा कल अकेला मेरा डिस्कनेक्ट हुआ, इसलिए मैंने लीव करके रिज्वाइन किया। सेम लिंक ना दोबारा ज्वाइन ਕੀਤਾ ਨਾ? यस सर। ਤੇ ਫਿਰ ਬਾਕੀਆਂ ਨੇ ਕਿਉਂ ਨਹੀਂ ਕੀਤਾ? ਆ ਹੁਣ ज्वाइन ਹੋਣੇ ਸ਼ੁਰੂ ਹੋਏ। ਵਰਿੰਦਾ ਆਈ ਹੈ ਜੇ, ਇਹ ਕੀ ਹੋਇਆ? ਇੱਕਦਮ ਹੀ ਉਹ ਲਿੰਕ ਬ੍ਰੇਕ ਹੋਇਆ। सेम लिंक तो वृंदा ज्वाइन किया ना? हाँ जी सर।
ਜਦੋਂ ਆ ਰਿੰਗ ਦੇ ਉੱਤੇ ਚਾਰਜ ਡਿਸਟ੍ਰੀਬਿਊਟ ਕੀਤਾ ਤੇ ਬੱਚੇ ਚਾਰਜ ਦੀ ਡਿਸਟ੍ਰੀਬਿਊਸ਼ਨ ਜਿਹੜੀ ਨਾ ਉਹ ਡਿਸਕ੍ਰੀਟ ਆ, ਮਤਲਬ ਚਾਰਜ ਸਾਰੇ ਇੱਕ ਦੂਜੇ ਤੋਂ ਵੱਖਰੇ ਵੱਖਰੇ ਪਏ ਨੇ। ਇਸ ਲਈ ਇੱਕ ਚਾਰਜ ਦਾ ਜਾਂ ਸਮਾਲ ਚਾਰਜ ਦਾ ਇਲੈਕਟ੍ਰਿਕ ਫੀਲਡ ਕੱਢ ਕੇ ਟੋਟਲ ਦਾ ਕੱਢਣ ਲੱਗੇ ਸਾਨੂੰ ਸਮੇਸ਼ਨ ਕਰਨੀ ਪਈ। ਪਰ ਹੁਣ ਜਦੋਂ ਇਸ ਵਾਇਰ ਚੋਂ ਸੋ ਜੇ ਇਸ ਇਨਸਟੈਂਟ ਤੇ ਚੱਲੀਏ ਤੇ ਬੁੱਤੇ ਇੱਥੇ ਫਰਕ ਇਹ ਆ ਕਿ ਵੀ ਇੱਥੇ ਐਸਐਚ ਡਿਸਕ੍ਰੀਟ ਡਿਸਟ੍ਰੀਬਿਊਸ਼ਨ ਹੁੰਦੀ ਚਾਰਜ ਦੀ, ਇਸ ਲਈ ਸਮੇਸ਼ਨ ਲਗਾ ਕੇ ਟੋਟਲ ਕੱਢਦੇ ਆ। ਹੁਣ ਵਾਇਰ 'ਚ ਜੇ ਚੱਲੀਏ ਤੇ ਵਾਇਰ ਦੇ ਵਿੱਚ ਚਾਰਜ ਨਹੀਂ, ਵਾਇਰ 'ਚ ਮੇਰੇ ਕੋਲ ਕਰੰਟ ਫਲੋ ਕਰਦਾ ਪਿਆ ਨਾ, ਯਾਨੀ ਕਰੰਟ ਮੇਰੇ ਕੋਲ ਜਦੋਂ ਫਲੋ ਕਰਨਾ ਤੇ ਕਰੰਟ ਕੰਟੀਨਿਊਟੀ 'ਚ ਫਲੋ ਕਰਨਾ, ਯਾਨੀ ਕਰੰਟ ਆ ਨਹੀਂ ਹੋਏਗਾ ਕਿ ਇਸ ਪੋਰਸ਼ਨ 'ਚ ਹੈਗਾ ਫਿਰ ਇੱਥੇ ਹੋਏਗਾ ਫਿਰ ਇੱਥੇ ਹੋਏਗਾ, ਵਿਚਲੇ ਸੈਗਮੈਂਟ 'ਚ ਨਹੀਂ ਹੋਏਗਾ। ਇਸ ਲਈ ਕਿਉਂਕਿ ਕਰੰਟ ਕੰਟੀਨਿਊਸ ਮੇਰੇ ਕੋਲ ਮੈਥਡ ਦਾ ਆਣਾ, ਇਸ ਲਈ ਟੋਟਲ ਕੱਢਣ ਲੱਗੇ ਸਮੇਸ਼ਨ ਨਹੀਂ ਲੱਗੇਗਾ। ਕਈ ਵਾਰੀ ਮੈਂ ਚੀਜ਼ ਤੁਹਾਨੂੰ ਦੱਸੀਗਾ ਕਿ ਸਮੇਸ਼ਨ ਜਿਹੜਾ ਵਾ ਟੋਟਲ ਵੇਲੇ ਉਦੋਂ ਲਗਾਈਦਾ ਜਦੋਂ ਡਿਸਕ੍ਰੀਟ ਡਿਸਟ੍ਰੀਬਿਊਸ਼ਨ ਹੋਵੇ, ਜਿਵੇਂ ਚਾਰਜ ਦੀ ਡਿਸਕ੍ਰੀਟ ਡਿਸਟ੍ਰੀਬਿਊਸ਼ਨ ਹੁੰਦੀ ਹੈ, ਚਾਰਜ ਇੱਕ ਦੂਜੇ ਤੋਂ ਵੱਖਰੇ ਵੱਖਰੇ ਹੋ ਸਕਦੇ ਆ। ਤੇ ਜਦ ਕਿ ਜਦੋਂ ਕਰੰਟ ਦੀ ਗੱਲ ਕਰਾਂਗੇ ਤਾਂ ਕਰੰਟ ਕੰਟੀਨਿਊਸ ਮੈਨਰ 'ਚ ਫਲੋ ਕਰਨਾ, ਤੇ ਜੇ ਕੰਟੀਨਿਊਸ ਮੈਨਰ 'ਚ ਆ ਤਾਂ ਇਸ ਕਰਕੇ ਟੋਟਲ ਮੈਗਨੈਟਿਕ ਫੀਲਡ ਵਾਸਤੇ ਜਿਹੜਾ ਸਮਾਲ ਮੈਗਨੈਟਿਕ ਫੀਲਡ ਆਇਆ ਉਹਦੀ ਸਮੇਸ਼ਨ ਕਰਕੇ ਰਿਜ਼ਲਟੈਂਟ ਮੈਗਨੈਟਿਕ ਫੀਲਡ ਆਏਗਾ। ਕੀ ਆ ਗੱਲ ਸਮਝ ਆਈ? Yes, sir. Yes, sir. ਜੇ ਇਹਨੂੰ ਫਰਦਰ ਕੰਟੀਨਿਊ ਕਰੀਏ ਤੇ ਤੁਸੀਂ ਉਹਦੇ ਤੇ dB ਦੀ ਤੇ ਉਸ ਫਿਗਰ ਤੋਂ sin phi ਦੀ ਵੈਲਿਊ ਪੁੱਟ ਅਪ ਕਰੋ ਤਾਂ ਰਿਜ਼ਲਟੈਂਟ ਆਪਾਂ ਕਹਿੰਦਾ ਜੀ ਵੈਲਿਊ ਬਣਾਈ। ਦੇਅਰਫੋਰ ਆਪਣੇ ਕੋਲ ਆ ਜਾਏਗਾ B ਇੰਟੀਗ੍ਰੇਸ਼ਨ ਆਫ dB ਦੀ ਥਾਂ ਤੇ ਉਹਦੀ ਵੈਲਿਊ ਪੁੱਟ ਅਪ ਕਰ ਲਾਂਗੇ। ਆਪਣੇ ਕੋਲ ਵੈਲਿਊ ਆ ਗਈ μ0/4 pi ideal by r square और sin phi ਤੁਸੀਂ ਉਸ ਟ੍ਰਾਇੰਗਲ ਚੋਂ ਡਿਫਾਈਨ ਕਰ ਲਓ ਤੇ sin phi ਆ ਜਾਣਾ ਐਂਗਲ ਦੇ ਸਾਹਮਣੇ ਪਰਪੈਂਡੀਕੂਲਰ ਤੇ ਆ ਹਾਈਪੋਟੇਨਿਊਸ। ਪਰਪੈਂਡੀਕੂਲਰ ਉਹਦਾ ਰੇਡੀਅਸ a ਦੇ ਬਰਾਬਰ ਹੈ ਤੇ ਹਾਈਪੋਟੇਨਿਊਸ r ਆ ਗਿਆ, ਯਾਨੀ ਜੇ ਇੱਥੇ ਵੈਲਿਊ ਪੁੱਟ ਅਪ ਕਰਾਂ ਤੇ a/r ਆ ਜੂ। ਠੀਕ ਹੈ, ਹੁਣ ਇਹ ਚੋਂ μ0/4 pi I/r ਸਕੁਅਰ ਯਾਨੀ r ਕਿਊਬ ਤੇ a ਆ ਸਾਰੀ ਮੇਰੀ ਟਰਮ ਕਾਂਸਟੈਂਟ ਆ। ਇਹਦਾ ਮਤਲਬ ਇੰਟੀਗ੍ਰੇਸ਼ਨ ਮੇਰੇ ਕੋਲ ਸਿਰਫ dl ਲੈਂਥ ਤੇ ਰਹਿ ਜਾਣੀ ਆ। ਇਹਨੂੰ ਜੇ ਆਪਾਂ ਲਿਖੇ ਤਾਂ ਆਪਣੇ ਕੋਲ ਨੈਕਸਟ ਸਟੈਪ ਕੀ ਬਣਨਾ, b ਦੀ ਵੈਲਿਊ ਆ ਜਾਏਗੀ μ0/4 pi I into a/r cube into integration of dl। ਤੇ dl ਮੇਰੇ ਕੋਲ ਐਸਾ ਕੀ ਆ ਕਿ ਵੀ ਇਸ ਰਿੰਗ ਦੀ ਸਮਾਲ ਲੈਂਥ ਤੇ ਸਮਾਲ ਲੈਂਥ 0 ਤੋਂ ਲੈ ਕੇ ਪੂਰੀ ਰਿੰਗ ਦੀ ਕੰਪਲੀਟ ਲੈਂਥ ਹੋ ਸਕਦੀ ਆ। ਤੇ ਇਸ ਲਈ ਜਿਹੜੀ ਇਹਦੀ ਇੰਟੀਗ੍ਰੇਸ਼ਨ ਹੋਏਗੀ, ਜਿਹਦੀ ਆਪਾਂ ਲਿਮਿਟ ਲਗਾਈਏ ਤੇ ਇਹਦੀ ਲਿਮਿਟ 0 ਲੈਂਥ ਤੋਂ ਲੈ ਕੇ ਕੰਪਲੀਟ ਲੈਂਥ ਆ। ਤੇ ਸਰਕਲ ਦੀ ਕੰਪਲੀਟ ਲੈਂਥ ਸਰਕਮਫਰੈਂਸ ਆ ਤੇ ਸਰਕਮਫਰੈਂਸ 2 ਪਾਈ ਟਾਈਮ ਦਾ ਰੇਡੀਅਸ ਆ। ਆਪਣੀ ਰਿੰਗ ਦਾ ਰੇਡੀਅਸ ਆਪਾਂ a ਡਿਫਾਈਨ ਕੀਤਾ, ਇਸ ਲਈ ਇੱਥੇ ਜਿਹੜੀ ਲਿਮਿਟ ਆ ਉਹ 2 ਪਾਈ a ਆਏਗੀ। ਕੀ ਆ ਗੱਲ ਸਮਝ ਲੱਗੀ? Yes, sir. Yes, sir. ਇੰਨਾ ਸਮਝ ਲੱਗਿਆ ਜੀ ਸਾਰਿਆਂ ਨੂੰ? Yes, sir. ਚਲੋ ਹੁਣ ਇਹ ਤੋਂ ਜੇ ਇਹਨੂੰ ਫਰਦਰ ਕੰਪਲੀਟ ਕਰੀਏ ਬੇਟਾ ਤੇ ਇੱਥੇ ਇਹਦੀ ਇੰਟੀਗ੍ਰੇਸ਼ਨ L ਵਾ ਜਿਹਦੀ ਵੈਲਿਊ 2 ਪਾਈ a - 0 ਆ ਜਾਣੀ, ਉਹ ਇੱਥੇ ਸਬਸਟੀਟਿਊਟ ਕਰੋ। ਦੇਅਰਫੋਰ ਆਪਣੇ ਕੋਲ ਮੈਗਨੈਟਿਕ ਫੀਲਡ ਦੀ ਵੈਲਿਊ ਬਣ ਜਾਣੀ ਆ μ0/4 pi I into a over r cube into 2 pi a। क्लियर जी अन्ना? Yes, sir. Yes, sir. चल ਹੁਣ ਇਹਦੇ ਵਿੱਚ ਅੱਗੇ ਕੰਟੀਨਿਊ ਜਿੱਥੋਂ ਕਰਨਾ ਉਹਦੇ ਲਈ ਸਟੈਪ ਸਮਝੋ। ਆ ਪਾਈ into a ਯਾਨੀ ਪਾਈ a ਸਕੁਅਰ, ਮੇਰੇ ਕੋਲ ਜਿਹੜਾ ਸਰਕੂਲਰ ਰਿੰਗ ਲਿੱਤੀ ਆ ਉਹਦਾ ਰੇਡੀਅਸ a ਆ, ਇਸ ਲਈ ਪਾਈ a ਸਕੁਅਰ ਮੇਰੇ ਕੋਲ ਮੇਰੀ ਸਰਕੂਲਰ ਰਿੰਗ ਦਾ ਏਰੀਆ ਬਣ ਜਾਣਾ। ਯਾਨੀ ਜਿਹੜਾ ਆ ਲਾਸਟ ਆਪਣਾ ਰਿਜ਼ਲਟ ਆਇਆ ਜੇ ਇਹਨੂੰ ਆਪਾਂ ਮੋਡੀਫਾਈ ਕਰਕੇ ਲਿਖੀਏ ਤੇ ਆਪਣੇ ਕੋਲ ਮੈਗਨੈਟਿਕ ਫੀਲਡ ਦੀ ਵੈਲਿਊ ਜੇ b ਨੂੰ ਡਿਫਾਈਨ ਕਰੀਏ ਤੇ ਆਪਣਾ ਫਾਰਮੂਲਾ ਬਣੇਗਾ μ0/4 pi μ0/4 pi ਇਸੇ ਥਾਂ ਤੋਂ ਬਣਾਉਣਾ ਪਿਆ μ0/4 pi I/r क्यूब, ठीक है, into 2 यानी 2I/r क्यूब और नाल मेरे को आ जाएगा पाई into a स्क्वायर। ठीक है, यानी पाई a स्क्वायर नाल डिफाइन कर दो
ਪਾਈ a ਸਕੁਅਰ ਤੇ ਪਾਈ a ਸਕੁਅਰ ਮੇਰੇ ਕੋਲ ਮੇਰੀ ਸਰਕੂਲਰ ਰਿੰਗ ਦਾ ਏਰੀਆ ਆ ਜਾਣਾ। ਇਹਦਾ ਮਤਲਬ ਜੇ ਇਹਨੂੰ ਨੈਕਸਟ ਲਾਈਨ ਚ ਲਿਖੀਏ ਇਹਨੂੰ ਸਬਸਟੀਟਿਊਟ ਕਰਾਂਗੇ ਪੁੱਟ ਪਾਈ a ਸਕੁਅਰ ਇਕੁਅਲ ਟੂ ਕੈਪੀਟਲ A read as the area of coil, ਇਹਨੂੰ ਏਰੀਆ ਆਫ ਕੋਇਲ ਰੀਡ ਆਊਟ ਕਰ ਲਈਏ ਤੇ देयरफॉर ਆਪਣੇ ਕੋਲ ਮੈਗਨੈਟਿਕ ਫੀਲਡ ਦਾ ਫਾਰਮੂਲਾ ਬਣ ਜਾਣਾ μ0/4 ਪਾਈ into 2IA over r cube। ਠੀਕ ਹੈ ਜੀ। ਹੁਣ ਅੱਗਿਓਂ ਕੰਡੀਸ਼ਨ ਨਾਲ ਇਹ ਜੋੜਨ ਲੱਗੇ ਕਿ ਜੇ ਆਪਣੀ ਸਰਕੂਲਰ ਰਿੰਗ ਜਿਹੜੀ ਲੈ ਰਹੇ ਆ that consists of the n number of turns, ਮਤਲਬ ਜਿਹੜੀ ਮੇਰੀ ਰਿੰਗ ਹੈਗੀ ਆ ਉਹਦੇ ਉੱਤੇ ਮੈਂ ਐਸ ਚ ਕਿੰਨੇ ਸਾਰੇ ਟਰਨਸ ਲਪੇਟੇ ਹੋਏ ਆ, ਉਹ ਤੇ ਲੈਂਥ ਵਾਈਜ਼ ਨਹੀਂ ਖੋਲਦੇ ਪਏ। ਇਹ ਗੱਲ ਦਿਮਾਗ 'ਚ ਰੱਖਿਓ। ਜੇ ਮੈਂ ਆਪਣੇ ਕੜੇ ਨੂੰ ਗਿਣਦਾ ਪਿਆ, ਇਸ ਕੜੇ ਦੇ ਉੱਤੇ ਮੈਂ ਕਿੰਨੇ ਸਾਰੇ ਟਰਨ ਰੈਪ ਕਰ ਦਿੱਤੇ, ਠੀਕ ਹੈ, ਯਾਨੀ ਇਹਦੀ ਲੈਂਥ ਨਹੀਂ ਬਣਾਉਂਦੇ ਪਏ ਆਪਾਂ, ਸਿਰਫ ਉਸੇ ਥਾਂ ਤੇ ਜਦੋਂ ਮੌਲੀ ਬੰਨੀ ਆਪਾਂ ਉਸੇ ਇੱਕ ਥਾਂ ਤੇ ਮੰਨਦੇ ਪਏ ਕਿ ਸਾਰੇ ਟਰਨਸ ਨੇ, ਇਹ n ਨੰਬਰ ਆਫ ਟਰਨਸ ਆ ਜਾਣ। ਇਹਦਾ ਸਿਮਿਲਰ ਵਿੱਚ ਇੱਕ ਟਰਨ ਦਾ ਮੈਗਨੈਟਿਕ ਫੀਲਡ ਇੰਨਾ ਤੇ n ਟਰਨਸ ਵਾਸਤੇ ਨੂੰ ਡਿਫਾਈਨ ਕਰ ਲਓ। For n turns अपने को मैग्नेटिक फील्ड की वैल्यू आ जाएगी μ0/4 पाई into 2NIA, ठीक है। कैपिटल N बेशक लिख दो, इतने वेरिएबल जेड़ा मर्जी टोटल नंबर ऑफ टर्न्स उन्होंने डिफाइन करना वा, ठीक है। NIA over r क्यूब। क्या इतनी गल समझ आई? Yes, sir. Yes, sir. ਹੁਣ ਅਗਲੀ ਟਰਮ ਇੰਪੋਰਟੈਂਟ ਹੋਏਗੀ, ਗੱਲ ਸਮਝਿਓ ਧਿਆਨ ਨਾਲ, ਠੀਕ ਹੈ ਜੀ। ਨੈਕਸਟ ਟਰਮ ਚ ਆਪਣੇ ਕੋਲ ਆਪਾਂ ਕਿੱਥੋਂ ਲੈ ਕੇ ਚੱਲਣਾ, ਜਿਹੜੀ ਆਪਣੀ ਕੋਇਲ ਗਿਵਨ ਆ ਬੇਟਾ, ਆਪਾਂ ਇਹ ਕਹਿ ਰਹੇ ਹਾਂ ਕਿ ਵੀ ਇਸ ਕੋਇਲ ਚੋਂ ਜਦੋਂ ਕਰੰਟ ਪਾਸ ਹੋਏਗਾ ਤਾਂ ਦਿਸ ਕਰੰਟ ਕੈਰਿੰਗ ਕੋਇਲ ਵਿਲ ਬਿਹੇਵ ਐਜ਼ ਅ ਸੋਰਸ ਆਫ ਮੈਗਨੈਟਿਕ ਫੀਲਡ। ਜੋ ਆਪਾਂ ਪੂਰੀ ਡੈਰੀਵੇਸ਼ਨ ਚ ਕਰਦੇ ਪਏ ਉਹ ਚ ਆਪਾਂ ਇਹ ਕਿਹਾ ਵਾ ਕਿ ਇਸ ਰਿੰਗ ਚੋਂ ਜਦੋਂ ਕਰੰਟ ਪਾਸ ਹੋ ਰਿਹਾ ਤੇ ਇਹਨੇ ਇਸ P ਪੁਆਇੰਟ ਤੇ ਆਪਣਾ ਮੈਗਨੈਟਿਕ ਫੀਲਡ ਬਣਾਇਆ, ਤੇ ਮੈਗਨੈਟਿਕ ਫੀਲਡ ਹਮੇਸ਼ਾ ਕਿਸੇ ਮੈਗਨੇਟ ਦਾ ਹੁੰਦਾ, ਤੇ ਜੇ ਹਮੇਸ਼ਾ ਮੈਗਨੈਟਿਕ ਫੀਲਡ ਮੈਗਨੇਟ ਦਾ ਹੁੰਦਾ ਤੇ ਮੈਗਨੇਟ ਹਮੇਸ਼ਾ ਡਾਈਪੋਲ ਦੀ ਫਾਰਮ ਚ ਐਗਜ਼ਿਸਟ ਕਰਦੀ ਆ, ਠੀਕ ਹੈ। ਇਹ ਮਤਲਬ ਜੇ ਮੈਗਨੇਟ ਨੂੰ ਮੈਂ ਲੈ ਕੇ ਚੱਲਾਂ, ਜੇ ਆ ਮੈਂ ਮੰਨਾ ਮੈਗਨੇਟ ਆ ਤੇ ਅਸੀਂ ਕਹਿੰਦੇ ਜੀ ਇਸ ਮੈਗਨੇਟ ਦੇ ਦੋ ਪੋਲ ਆ, ਠੀਕ ਹੈ, ਯਾਨੀ ਇਹ ਡਾਈਪੋਲ ਆ। ਤੇ ਕਿਸੇ ਵੀ ਡਾਈਪੋਲ ਦੀ ਪ੍ਰੋਪਰਟੀ ਆ ਕਿ ਉਹਦੀ ਕਿੰਨਾ ਮੈਗਨੈਟਿਕ ਫੀਲਡ ਸਟਰੋਂਗ ਹੋਏਗਾ, ਸਟਰੈਂਥ ਆਫ ਮੈਗਨੈਟਿਕ ਫੀਲਡ ਕਿੰਨੀ ਆ, ਹਨਾ, ਕਿ ਕਿੰਨੀ ਸਟਰੋਂਗਰ ਮੈਗਨੇਟ ਆ, ਇਹਨੂੰ ਅਸੀਂ ਮੈਗਨੈਟਿਕ ਡਾਈਪੋਲ ਮੂਵਮੈਂਟ ਨਾਲ ਮੇਜ਼ਰ ਕਰਦੇ ਹਾਂ। ਇਹ ਮਤਲਬ ਜਿੰਨੀ ਕਿਸੇ ਮੈਗਨੇਟ ਦੀ ਮੈਗਨੈਟਿਕ ਡਾਈਪੋਲ ਮੂਵਮੈਂਟ ਜ਼ਿਆਦਾ ਹੋਏਗੀ ਉਨੀ ਉਹ ਸਟਰੋਂਗ ਮੈਗਨੇਟ ਗਿਣੀ ਜਾਏਗੀ। ਤੇ ਇਸ ਵੇਲੇ ਮੇਰੀ ਸਰਕੂਲਰ ਕਰੰਟ ਕੈਰਿੰਗ ਕੋਇਲ ਵਿਲ ਬਿਹੇਵ ਐਜ਼ ਅ ਮੈਗਨੇਟ, ਤੇ ਜੇ ਇਹ ਮੈਗਨੇਟ ਤਰ੍ਹਾਂ ਬਿਹੇਵ ਕਰਦੀ ਪਈ ਆ ਤੇ ਇਹਦੀ ਮੈਗਨੈਟਿਕ ਡਾਈਪੋਲ ਮੂਵਮੈਂਟ ਵੀ ਹੋਏਗੀ। ਤੇ ਆ ਜਿਹੜੇ ਫੈਕਟਰ ਤਿੰਨ ਆਏ ਆ NIA, ਹਨਾ, ਇਹਨਾਂ ਤਿੰਨ ਫੈਕਟਰ ਦੇ ਨਾਲ ਅਸੀਂ ਡਿਸਾਈਡ ਕਰਦੇ ਮੈਗਨੈਟਿਕ ਫੀਲਡ ਕਿੰਨਾ ਸਟਰੋਂਗ ਹੋਏਗਾ, ਠੀਕ ਹੈ ਜੀ। ਜਿੰਨੇ ਕੋਇਲ ਦੇ ਵਿੱਚ ਨੰਬਰ ਆਫ ਟਰਨ ਜ਼ਿਆਦਾ ਰੈਪ ਕਰਾਂਗਾ ਇਹ ਮਤਲਬ ਉਨਾ ਸਟਰੋਂਗ ਮੈਗਨੇਟ ਬਣੇਗਾ, ਜਿੰਨਾ ਕਰੰਟ ਜ਼ਿਆਦਾ ਜਾਂ ਜਿੰਨਾ ਕੋਇਲ ਦਾ ਸਾਈਜ਼ ਵੱਡਾ ਹੋਏਗਾ ਇਹ ਮਤਲਬ ਉਨਾ ਹੀ ਮੈਗਨੈਟਿਕ ਫੀਲਡ ਸਟਰੋਂਗਰ ਹੋਏਗਾ। ਇਸ ਲਈ NIA ਇਹ ਤਿੰਨੋਂ ਫੈਕਟਰ ਮਿਲ ਕੇ ਇਹਨੂੰ ਅਸੀਂ ਸਬਸਟੀਟਿਊਟ ਕਰਨ ਲੱਗੇ, ਪੁੱਟ NIA ਇਕੁਅਲ ਟੂ ਕੈਪੀਟਲ M, ਤੇ ਕੈਪੀਟਲ M ਡਿਫਾਈਨ ਕਰਦੇ ਪਏ ਮੈਗਨੈਟਿਕ ਡਾਈਪੋਲ ਮੂਵਮੈਂਟ ਨੂੰ, ਮੈਗਨੈਟਿਕ ਡਾਈਪੋਲ ਮੂਵਮੈਂਟ, ठीक है। ये मेरी मैग्नेटिक डाइपोल मूवमेंट नो शो ऑफ करेगा। अल्टीमेटली अपना मैग्नेटिक फील्ड का फार्मूला एक बन गया μ0/4 पाई into 2m/r क्यूब। आ मेरा एक मैग्नेटिक फील्ड का फार्मूला आया, इस हजे कंडीशंस होर अप्लाई होनियां वा। क्या इना क्लियर है पहलों? Yes, sir. Yes, sir. इना क्लियर है बच्चे? Yes, sir. Yes, sir.